ਵੈਲਕਮ ਸਟੂਡੈਂਟਸ। ਅੱਜ ਤੋਂ ਅਸੀਂ ਸਮਾਜਿਕ ਸਿੱਖਿਆ ਤੇ ਸਮਾਜਿਕ ਵਿਗਿਆਨ ਦਾ ਪੇਪਰ ਆ ਜਿਹੜਾ ਉਹ ਸ਼ੁਰੂ ਕਰਾਂਗੇ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਇਤਿਹਾਸ ਨਾਲ ਸੰਬੰਧਿਤ ਟੌਪਿਕ ਨੇ ਉਹ ਕਰਾਂਗੇ ਅਸੀਂ। ਅੱਜ ਦੀ ਵੀਡੀਓ ਸਾਡੀ ਫਸਟ ਲੈਸਨ ਦੇ ਉੱਤੇ ਹੈ, ਕਦੋਂ ਕਿੱਥੇ ਤੇ ਕਿਵੇਂ, ਵੈਨ ਵੇਅਰ ਐਂਡ ਹਾਊ। ਹਿਸਟਰੀ ਦਾ ਲੈਸਨ ਆ ਪਹਿਲਾ। ਇਹਦੇ ਵਿੱਚ ਇਤਿਹਾਸ ਦੇ ਕਾਲ ਕਰਾਂਗੇ ਅਸੀਂ। ਇਤਿਹਾਸ ਕੀ ਹੁੰਦਾ ਹੈ? ਇਤਿਹਾਸ ਮਨੁੱਖੀ ਜੀਵਨ ਦਾ ਉਹ ਕਾਲ ਹੈ ਜਿਸ ਦਾ ਸਾਨੂੰ ਲਿਖਤੀ ਵੇਰਵਾ ਮਿਲਦਾ ਹੈ। ਇਹ ਹਿਸਟੋਰੀਆ ਯੂਨਾਨੀ ਭਾਸ਼ਾ ਦੇ ਸ਼ਬਦ ਤੋਂ ਬਣਿਆ ਹੈ। ਹੈਰੋਡੋਟਸ ਜਿਹੜਾ ਸੀਗਾ ਉਸ ਨੂੰ ਇਤਿਹਾਸ ਦਾ ਪਿਤਾਮਾ ਮੰਨਿਆ ਜਾਂਦਾ ਹੈ। ਜ਼ਰੂਰੀ ਇਹ ਨੋਟ ਕਰਨ ਵਾਲੀਆਂ ਗੱਲਾਂ ਨੇ। ਜਿਹੜਾ ਹਿਸਟਰੀ ਸ਼ਬਦ ਆ ਹਿਸਟੋਰੀਆ ਯੂਨਾਨੀ ਸ਼ਬਦ ਤੋਂ ਬਣਿਆ ਹੈ ਤੇ ਹੈਰੋਡੋਟਸ ਜਿਹੜਾ ਸੀਗਾ ਉਹ ਇਤਿਹਾਸ ਦਾ ਪਿਤਾਮਾ ਮੰਨਿਆ ਜਾਂਦਾ ਹੈ। ਇਤਿਹਾਸ ਦੇ ਕਾਲ। ਇਤਿਹਾਸ ਜਿਹੜਾ ਇਹ ਕਿਸੇ ਵੀ ਦੇਸ਼ ਦੇ ਇਤਿਹਾਸ ਨੂੰ ਆਮ ਤੌਰ 'ਤੇ 3 ਭਾਗਾਂ ਵਿੱਚ ਵੰਡਿਆ ਜਾਂਦਾ ਹੈ: ਪ੍ਰਾਚੀਨ ਯੁੱਗ, ਮੱਧਕਾਲੀਨ ਯੁੱਗ ਤੇ ਆਧੁਨਿਕ ਯੁੱਗ। ਪੂਰਵ ਇਤਿਹਾਸ। ਪੂਰਵ ਇਤਿਹਾਸ ਮਨੁੱਖੀ ਜੀਵਨ ਦਾ ਉਹ ਕਾਲ ਹੈ ਜਿਸ ਦਾ ਸਾਨੂੰ ਲਿਖਤੀ ਵੇਰਵਾ ਨਹੀਂ ਮਿਲਦਾ। ਇਹ ਪੱਥਰ ਯੁੱਗ ਵੱਲ ਇਸ਼ਾਰਾ ਕਰਦਾ ਹੈ। ਇਹਦੇ ਵਿੱਚ ਜਿਹੜੇ ਅਸੀਂ ਅੱਗੇ 4 ਭਾਗਾਂ ਦੇ ਵਿੱਚ ਇਹਨੂੰ ਵੰਡਾਂਗੇ। ਨੰਬਰ 1 ਤੇ ਹੈਗਾ ਪੱਥਰ ਯੁੱਗ। ਪੱਥਰ ਯੁੱਗ ਦੇ ਵਿੱਚ ਅਸੀਂ ਦੇਖਾਂਗੇ ਕਿ 12,000 ਸਾਲ ਪਹਿਲਾਂ ਜਿਹੜਾ ਇਹ ਪੱਥਰ ਯੁੱਗ ਸੀਗਾ ਸ਼ੁਰੂ ਹੋਇਆ, ਜਦੋਂ ਮਨੁੱਖ ਗੁਫਾਵਾਂ ਵਿੱਚ ਰਹਿੰਦਾ ਸੀ, ਪੱਥਰਾਂ ਦੇ ਹਥਿਆਰ ਬਣਾਉਂਦਾ ਸੀ, ਆਪਣੇ ਕੱਪੜੇ ਜਾਨਵਰਾਂ ਦੀ ਖੱਲ ਤੋਂ ਬਣਾ ਕੇ ਪਾਉਂਦਾ ਸੀ, ਜਿਹਨੂੰ ਆਦਿ ਮਾਨਵ ਤੁਸੀਂ ਕਹਿੰਦੇ ਹੋ। ਫਿਰ ਨਵ ਪੱਥਰ ਯੁੱਗ ਆਇਆ, ਜਿਹਦੀ ਸ਼ੁਰੂਆਤ ਆ ਜਿਹੜੀ ਉਹ 10,000 ਸਾਲ ਪਹਿਲਾਂ ਹੋਈ। ਇਸ ਦੇ ਵਿੱਚ ਧਾਤਾਂ ਦੇ ਯੁੱਗ, ਜਿਹੜਾ ਇਹ ਯੁੱਗ ਸੀਗਾ, ਇਸ ਦੀ ਸਮਾਪਤੀ ਧਾਤਾਂ ਦੇ ਯੁੱਗ ਨਾਲ ਹੋਈ। ਤੀਰ ਕਮਾਨ ਇਸ ਯੁੱਗ ਵਿੱਚ ਬਣਾਏ ਜਾਂਦੇ ਸੀਗੇ। ਫਿਰ ਕਾਂਸਾ ਯੁੱਗ, ਇਹ ਮਨੁੱਖ ਦੀ ਆਧੁਨਿਕ ਸੱਭਿਅਤਾ ਦਾ ਅਗਲਾ ਪੜਾਅ ਸੀ। ਇਹ ਯੁੱਗ ਸੀਗਾ ਜਿਹੜਾ ਇਹ ਲਗਭਗ 5500 ਸਾਲ ਪਹਿਲਾਂ ਸੀਗਾ। ਫਿਰ ਲੋਹ ਯੁੱਗ ਆਇਆ। ਇਹ ਉਹ ਯੁੱਗ ਹੈ ਜਿਸ ਵਿੱਚ ਆਧੁਨਿਕ ਮਨੁੱਖ ਰਹਿ ਰਿਹਾ ਹੈ। ਇਹ ਯੁੱਗ 3000 ਸਾਲ ਪਹਿਲਾਂ ਸ਼ੁਰੂ ਹੋਇਆ। ਤਾਂ ਇਹ ਸੀਗੇ ਪੂਰਵ ਇਤਿਹਾਸ। ਦੂਜੇ ਨੰਬਰ 'ਤੇ ਲਿਖਿਤ ਇਤਿਹਾਸ ਦਾ ਸਮਾਂ। ਇਤਿਹਾਸ ਦਾ ਉਹ ਸਮਾਂ ਜੋ ਲਿਖਿਤ ਇਤਿਹਾਸ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ, ਉਹ ਮੱਧਕਾਲੀਨ ਤੇ ਆਧੁਨਿਕ ਯੁੱਗ ਵਿੱਚ ਸੀ। ਪ੍ਰਾਚੀਨ ਯੁੱਗ ਵਿੱਚ, ਜਿਸ ਵਿੱਚ ਹੜੱਪਾ ਸੱਭਿਅਤਾ ਨੇ ਪੈਰ ਪਸਾਰੇ ਤੇ ਲਿਖਤ ਵੇਰਵਾ ਜਿਹੜਾ ਇਹਦਾ ਸਾਨੂੰ ਮਿਲਦਾ ਹੈ। ਇਸ ਸੱਭਿਅਤਾ ਦਾ ਹਰਸ਼ ਦੇ ਸਮੇਂ ਤੱਕ ਵਿਸਥਾਰ ਹੋਇਆ। ਹਰਸ਼ਵਰਧਨ ਦੇ ਸਮੇਂ ਤੱਕ ਇਸ ਸੱਭਿਅਤਾ ਦਾ ਵਿਸਥਾਰ ਹੋਇਆ। ਮੱਧਕਾਲੀਨ ਯੁੱਗ ਅਸੀਂ ਉਸ ਸਮੇਂ ਨੂੰ ਮੰਨਦੇ ਹਾਂ ਜਦੋਂ ਅਰਬਾਂ ਨੇ ਸਿੰਧ ਨੂੰ ਜਿੱਤ ਕੇ ਮੁਗਲ ਸਾਮਰਾਜ ਦਾ ਵਿਨਾਸ਼ ਕੀਤਾ ਸੀ। ਇਸ ਤੋਂ ਬਾਅਦ ਭਾਰਤੀ ਇਤਿਹਾਸ ਦਾ ਆਧੁਨਿਕ ਕਾਲ ਸ਼ੁਰੂ ਹੋਇਆ। ਅੱਗੇ ਹੈਗੇ ਨੇ ਇਤਿਹਾਸ ਦੇ ਸਰੋਤ। ਕਿਹੜੇ ਸਰੋਤਾਂ ਤੋਂ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ, ਜਿਹੜੇ ਸਾਨੂੰ ਮਨੁੱਖ ਦੀ ਕਹਾਣੀ ਜਾਣਨ ਵਿੱਚ ਸਹਾਇਤਾ ਕਰਦੇ ਨੇ? ਉਹ ਸਰੋਤ ਕਿਹੜੇ ਨੇ? ਨੰਬਰ 1 ਤੇ ਹੈਗਾ ਇਤਿਹਾਸ ਦੇ ਪੁਰਾਤੱਤਵ ਸਰੋਤ। ਪੁਰਾਤੱਤਵ ਉਹ ਸਰੋਤ ਹੁੰਦੇ ਨੇ ਜਿਹੜੇ ਖੁਦਾਈ ਤੋਂ ਮਿਲਦੇ ਨੇ, ਖੁਦਾਈ ਕਰਨ ਨਾਲ ਮਿਲਦੇ ਨੇ। ਪੁਰਾਣੇ ਜਿਹੜੇ ਖੰਡਰ ਨੇ ਉਹਨਾਂ ਦੀ ਖੁਦਾਈ ਦੌਰਾਨ ਮਿਲਣ ਵਾਲੀਆਂ ਪੁਰਾਤਨ ਇਮਾਰਤਾਂ, ਬਰਤਨਾਂ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ, ਸਿੱਕਿਆਂ ਅਤੇ ਪ੍ਰਾਚੀਨ ਅਭਿਲੇਖਾਂ ਨੂੰ ਇਤਿਹਾਸ ਦੇ ਪੁਰਾਤੱਤਵ ਸਰੋਤ ਕਿਹਾ ਜਾਂਦਾ ਹੈ। ਇਹਦੇ ਤੋਂ ਹੀ ਸਾਨੂੰ ਪਿਛਲੇ ਜਿਹੜੇ ਯੁੱਗ ਦੇ ਮਨੁੱਖ ਸੀਗੇ ਉਹਨਾਂ ਦੀ ਜਾਣਕਾਰੀ ਮਿਲਦੀ ਆ। ਅੱਗੇ ਸਾਹਿਤਿਕ ਸਰੋਤ ਆ। ਇਹਦੇ ਵਿੱਚ ਇਤਿਹਾਸ ਦੇ ਸਾਹਿਤਿਕ ਸਰੋਤਾਂ ਵਿੱਚ ਵੇਦ, ਬ੍ਰਾਹਮਣ ਗ੍ਰੰਥ, ਆਰਣਾਇਕ, ਉਪਨਿਸ਼ਦ, ਮਹਾਕਾਵ, ਪੁਰਾਣ, ਬੋਧ, ਜੈਨ ਗ੍ਰੰਥ ਆਦਿ ਸ਼ਾਮਲ ਨੇ। ਇਹ ਗ੍ਰੰਥ ਸਾਨੂੰ ਧਰਮ ਤੋਂ ਇਲਾਵਾ ਉਸ ਸਮੇਂ ਦੀਆਂ ਘਟਨਾਵਾਂ ਅਤੇ ਸਮਾਜ ਬਾਰੇ ਜਾਣਕਾਰੀ ਦਿੰਦੇ ਨੇ ਜਿਸ ਸਮੇਂ ਇਹ ਲਿਖੇ ਗਏ ਸਨ। ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਨਾਲ ਸੰਬੰਧਿਤ ਪੁਸਤਕਾਂ, ਜਿਨ੍ਹਾਂ ਨੂੰ ਧਾਰਮਿਕ ਸ਼ਾਸਤਰ ਕਿਹਾ ਜਾਂਦਾ ਹੈ, ਦੀ ਵੀ ਰਚਨਾ ਕੀਤੀ ਗਈ। ਮਨੂ ਸਮ੍ਰਿਤੀ ਅਜਿਹੀਆਂ ਪੁਸਤਕਾਂ ਵਿੱਚੋਂ ਮੁੱਖ ਹੈ। ਕੌਟਲਿਆ ਨੇ ਸ਼ਾਸਨ ਪ੍ਰਬੰਧ
ਬਾਰੇ ਅਰਥ ਸ਼ਾਸਤਰ ਨਾਮਕ ਗ੍ਰੰਥ ਦੀ ਰਚਨਾ ਕੀਤੀ। ਭਾਸ ਅਤੇ ਕਾਲੀਦਾਸ ਆਦਿ ਵਿਦਵਾਨਾਂ ਦੁਆਰਾ ਬਹੁਤ ਸਾਰੇ ਨਾਟਕ ਲਿਖੇ ਗਏ। ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਗਈਆਂ। ਆਰੀਆ ਭੱਟ ਅਤੇ ਵਰਾਹ ਮਿਹਰ ਆਦਿ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਬਾਰੇ ਪੁਸਤਕਾਂ ਲਿਖੀਆਂ। ਤਾਂ ਇਹ ਸਾਰੇ ਜਿਹੜੇ ਰਾਈਟਰ ਨੇ ਜਾਂ ਕਿਤਾਬਾਂ ਨੇ ਸਾਹਿਤ ਬਾਰੇ ਜੋ ਵੀ ਜਾਣਕਾਰੀ ਇਹਦੇ ਵਿੱਚ MCQ ਤੁਹਾਨੂੰ ਆਉਣਗੇ, ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਹੈ ਤੁਸੀਂ। ਫਿਰ ਹੈਗੇ ਨੇ ਸਮਾਰਕ। ਕਈ 100 ਸਾਲ ਪਹਿਲਾਂ ਬਣੇ ਸਤੰਭਾਂ, ਕਿਲਿਆਂ ਅਤੇ ਮਹਿਲਾਂ ਆਦਿ ਨੂੰ ਸਮਾਰਕ ਕਿਹਾ ਜਾਂਦਾ ਹੈ। ਇਹਨਾਂ ਸਮਾਰਕਾਂ ਦੇ ਅਧਿਐਨ ਤੋਂ ਸਾਨੂੰ ਮਹੱਤਵਪੂਰਨ ਇਤਿਹਾਸਕ ਜਾਣਕਾਰੀ ਮਿਲਦੀ ਹੈ। ਫਿਰ ਅੱਗੇ ਹੈਗੇ ਨੇ ਸਰੋਤ। ਸ਼ਿਲਾਲੇਖ। ਸ਼ਿਲਾਲੇਖ ਉਹ ਅਭਿਲੇਖ ਹਨ ਜੋ ਪੱਥਰਾਂ ਦੇ ਸਤੰਭਾਂ, ਚਟਾਨਾਂ, ਤਾਂਬੇ ਦੀਆਂ ਪਲੇਟਾਂ, ਮਿੱਟੀ ਦੀਆਂ ਤਖਤੀਆਂ ਤੇ ਮੰਦਰਾਂ ਦੀਆਂ ਦੀਵਾਰਾਂ ਤੇ ਲਿਖੇ ਹੋਏ ਹੁੰਦੇ ਨੇ। ਇਹ ਇਤਿਹਾਸ ਨੂੰ ਜਾਣਨ ਵਿੱਚ ਸਾਡੀ ਬਹੁਤ ਸਹਾਇਤਾ ਕਰਦੇ ਨੇ। ਇਹਨਾਂ ਵਿੱਚ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ ਜਿਸ ਸਮੇਂ ਇਹ ਲਿਖੇ ਗਏ। ਸਮਰਾਟ ਅਸ਼ੋਕ ਦੇ ਸ਼ਿਲਾਲੇਖ ਉਸ ਦੇ ਰਾਜ ਤੇ ਧਰਮ ਦੇ ਵਿਸਥਾਰ ਬਾਰੇ ਦੱਸਦੇ ਹਨ। ਸਮੁੰਦਰ ਗੁਪਤ ਤੇ ਸਕੰਦ ਗੁਪਤ ਦੇ ਸ਼ਿਲਾਲੇਖਾਂ ਤੋਂ ਸਾਨੂੰ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਪਤਾ ਚੱਲਦਾ ਹੈ। ਫਿਰ ਤਾਮਰ ਪੱਤਰ ਨੇ। ਪ੍ਰਾਚੀਨ ਕਾਲ ਵਿੱਚ ਭੂਮੀ ਨੂੰ ਖਰੀਦਣ ਵੇਚਣ ਲਈ, ਭੂਮੀ ਦਾਨ ਕਰਨ ਲਈ ਤਾਮਰ ਪੱਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਤਾਂ ਸੀਗਾ ਪ੍ਰਾਚੀਨ ਕਾਲ। ਹੁਣ ਅਸੀਂ ਗੱਲ ਕਰਾਂਗੇ ਮੱਧਕਾਲੀਨ ਇਤਿਹਾਸ ਦੀ। ਮੱਧਕਾਲੀਨ ਇਤਿਹਾਸ ਦੇ ਵਿੱਚ ਪ੍ਰਾਚੀਨ ਯੁੱਗ ਤੇ ਆਧੁਨਿਕ ਯੁੱਗ ਦੇ ਵਿਚਕਾਰ ਦਾ ਸਮਾਂ ਜਿਹੜਾ ਉਹ ਮੱਧਕਾਲੀਨ ਯੁੱਗ ਕਹਿੰਦੇ ਨੇ। ਭਾਰਤ ਵਿੱਚ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਦੇ ਸਮੇਂ ਨੂੰ ਮੱਧਕਾਲੀਨ ਯੁੱਗ ਮੰਨਿਆ ਜਾਂਦਾ ਹੈ। 8ਵੀਂ ਸਦੀ ਤੋਂ 13ਵੀਂ ਸਦੀ ਤੱਕ ਦੇ ਸਮੇਂ ਨੂੰ ਮੁੱਢਲਾ ਜਾਂ ਪੂਰਵ ਮੱਧਕਾਲੀਨ ਯੁੱਗ ਕਿਹਾ ਜਾਂਦਾ। 13ਵੀਂ ਤੋਂ 18ਵੀਂ ਸਦੀ ਤੱਕ ਦੇ ਸਮੇਂ ਨੂੰ ਮੱਧਕਾਲੀਨ ਯੁੱਗ, ਉੱਤਰ ਮੱਧਕਾਲੀਨ ਯੁੱਗ ਕਿਹਾ ਜਾਂਦਾ ਹੈ। ਭਾਰਤ ਦੇ ਮੱਧਕਾਲੀਨ ਯੁੱਗ ਦੇ ਵੱਖ-ਵੱਖ ਨਾਮ। ਵੈਦਿਕ ਸਮੇਂ ਵਿੱਚ ਭਾਰਤ ਨੂੰ ਆਰਿਆਵਰਤ ਕਿਹਾ ਜਾਂਦਾ ਸੀ। ਮਹਾਭਾਰਤ ਅਤੇ ਰਾਮਾਇਣ ਮਹਾਕਾਵ ਦੇ ਵਿੱਚ ਭਾਰਤ ਨੂੰ ਭਾਰਤ ਵਰਸ਼ ਕਿਹਾ ਜਾਂਦਾ ਸੀ। ਈਰਾਨੀ ਇਸ ਨੂੰ ਹਿੰਦ ਅਤੇ ਗ੍ਰੀਕ ਇਸ ਨੂੰ ਇੰਡਸ ਦੇ ਨਾਂ ਨਾਲ ਜਾਣਦੇ ਸਨ। ਮੱਧਕਾਲੀਨ ਭਾਰਤੀ ਇਤਿਹਾਸ ਦੇ ਸਰੋਤ। ਇਹਦੇ ਵਿੱਚ ਪੁਰਾਤੱਤਵ ਤੇ ਸਾਹਿਤਕ ਸਰੋਤਾਂ ਦੀ ਗੱਲ ਕਰਾਂਗੇ ਅਸੀਂ। ਪੁਰਾਤੱਤਵ ਦੇ ਵਿੱਚ ਸਮਾਰਕ ਜਾਂ ਇਮਾਰਤਾਂ। ਇਹਨਾਂ ਇਮਾਰਤਾਂ ਵਿੱਚ ਮੰਦਰ, ਮਸਜਿਦ, ਕਿਲੇ ਸ਼ਾਮਿਲ ਹਨ। ਖੁਜਰਾਹੋ, ਭੁਵਨੇਸ਼ਵਰ, ਕੋਨਾਰਕ ਆਦਿ ਦੇ ਮੰਦਰ ਪ੍ਰਸਿੱਧ ਹਨ। ਮਸਜਿਦਾਂ ਵਿੱਚ ਜਾਮਾ ਮਸਜਿਦ, ਮੋਤੀ ਮਸਜਿਦ ਤੇ ਕਿਲਿਆਂ ਵਿੱਚ ਜੈਸਲਮੇਰ ਤੇ ਜੈਪੁਰ ਦੇ ਕਿਲੇ ਪ੍ਰਸਿੱਧ ਹਨ। ਸ਼ਿਲਾਲੇਖ ਇਹ ਵੀ ਪੁਰਾਤੱਤਵ ਸਰੋਤ ਨੇ। ਇਹਨਾਂ ਤੋਂ ਸਾਨੂੰ ਉਸ ਯੁੱਗ ਦੀਆਂ ਮਹੱਤਵਪੂਰਨ ਘਟਨਾਵਾਂ, ਸ਼ਾਸਕ ਤੇ ਸ਼ਾਸਨ ਕਾਲ ਤੇ ਕਲਾ ਆਦਿ ਦਾ ਪਤਾ ਲੱਗਦਾ ਹੈ। ਫਿਰ ਸਿੱਕੇ ਆ ਜਾਂਦੇ ਨੇ। ਸਾਨੂੰ ਮੱਧਕਾਲੀਨ ਦੇ ਬਹੁਤ ਸਾਰੇ ਸਿੱਕੇ ਪ੍ਰਾਪਤ ਹੋਏ। ਇਹ ਇਸ ਯੁੱਗ ਦੀ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਤੇ ਚਾਨਣਾ ਪਾਉਂਦੇ ਹਨ। ਚਿੱਤਰਕਾਰੀ ਤੋਂ ਸਾਨੂੰ ਇਸ ਯੁੱਗ ਦੀ ਕਲਾ ਦਾ ਪਤਾ ਚੱਲਦਾ। ਤੇ ਮੱਧਕਾਲੀਨ ਯੁੱਗ ਦੇ ਪੁਰਾਤੱਤਵ ਸਰੋਤ ਨੇ ਜਿਹੜੇ ਸਾਨੂੰ ਇਤਿਹਾਸ ਦੀ ਜਾਣਕਾਰੀ ਦਿੰਦੇ ਨੇ। ਫਿਰ ਹੈਗੇ ਨੇ ਸਾਹਿਤਕ ਸਰੋਤ। ਸਵੈ ਜੀਵਨੀਆਂ, ਰਾਜਿਆਂ ਤੇ ਰਾਜਵੰਸ਼ਾਂ ਦੇ ਬਿਰਤਾਂਤ ਤੇ ਹੋਰ ਦਸਤਾਵੇਜ਼ ਆਦਿ ਸਾਹਿਤਕ ਸਰੋਤਾਂ ਵਿੱਚ ਸ਼ਾਮਿਲ ਹੁੰਦੇ ਹਨ। ਫਿਰ ਵਿਦੇਸ਼ੀ ਯਾਤਰੀਆਂ ਦੇ ਲੇਖ ਨੇ ਜਿਹੜੇ, ਉਹਨਾਂ ਤੋਂ ਵੀ ਸਾਨੂੰ ਮੱਧ ਯੁੱਗ ਦੇ ਇਤਿਹਾਸ ਦਾ ਪਤਾ ਚੱਲਦਾ ਹੈ। ਮੱਧ ਯੁੱਗ ਵਿੱਚ ਕਈ ਮੁਸਲਿਮ ਤੇ ਯੂਰਪੀ ਯਾਤਰੀਆਂ ਨੇ ਭਾਰਤ ਦੀ ਯਾਤਰਾ ਕੀਤੀ। ਉਹਨਾਂ ਨੇ ਭਾਰਤ ਬਾਰੇ ਆਪਣੇ ਵਿਵਰਣ ਦਿੱਤੇ, ਜਿਨ੍ਹਾਂ ਦੇ ਵਿੱਚ ਇਬਨ ਬਤੂਤਾ ਨੇ ਰਹਿਲਾ ਲੇਖ ਲਿਖਿਆ। ਇਸ ਤੋਂ ਮੁਹੰਮਦ ਬਿਨ ਤੁਗਲਕ ਦੇ ਸ਼ਾਸਨ ਬਾਰੇ ਜਾਣਕਾਰੀ ਮਿਲਦੀ ਹੈ। ਅਬਦੁਲ ਰਜ਼ਾਕ ਨੇ ਵਿਜੇਨਗਰ ਰਾਜ ਦੀ ਯਾਤਰਾ ਕੀਤੀ। ਉਸ ਸਮੇਂ ਵਿਜੇਨਗਰ ਰਾਜ ਦੀ ਸਥਿਤੀ ਬਾਰੇ ਲਿਖਿਆ। ਭਾਰਤ ਵਿੱਚ ਮੱਧਕਾਲੀਨ ਯੁੱਗ ਦਾ ਅੰਤ ਹੋਇਆ। ਇਹ ਜਿਹੜਾ ਯੁੱਗ ਸੀਗਾ ਇਹਦਾ ਅੰਤ ਮੁਗਲ ਸਮਰਾਜ ਦੇ ਪਤਨ ਨਾਲ ਤੇ ਅੰਗਰੇਜ਼ਾਂ ਦੁਆਰਾ ਸ਼ਕਤੀ ਹਾਸਲ ਕਰਨ ਦੇ ਨਾਲ ਮੰਨਿਆ ਜਾਂਦਾ ਹੈ। ਅਜਿਹਾ ਸਮਾਂ ਸੀਗਾ ਜਿਹੜਾ 18ਵੀਂ ਸਦੀ ਦੇ ਮੱਧ ਵਿੱਚ ਹੋਇਆ। ਤਾਂ ਇਹ ਸੀਗਾ ਮੱਧਕਾਲੀਨ ਯੁੱਗ। ਹੁਣ ਅਸੀਂ ਅੱਗੇ ਗੱਲ ਕਰਾਂਗੇ ਆਧੁਨਿਕ ਯੁੱਗ ਦੀ। ਭਾਰਤੀ ਆਧੁਨਿਕ ਯੁੱਗ। ਭਾਰਤ ਵਿੱਚ ਆਧੁਨਿਕ ਯੁੱਗ ਦਾ ਆਰੰਭ 18ਵੀਂ ਸਦੀ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਹੋਇਆ। ਭਾਰਤ ਵਿੱਚ ਸੁਤੰਤਰ ਰਾਜਾਂ ਦਾ ਉਦੈ। ਸਭ ਤੋਂ ਪਹਿਲਾਂ 1724 ਈਸਵੀ ਵਿੱਚ ਨਿਜ਼ਾਮ ਉਲ ਮੁਲਕ ਨੇ ਹੈਦਰਾਬਾਦ ਰਾਜ ਦੀ ਨੀਂਹ ਰੱਖੀ। ਇਸ ਤੋਂ ਬਾਅਦ
ਮੁਰਸ਼ਿਦ ਕੁਲੀ ਖਾਂ ਨੇ ਅਲੀ ਵਰਦੀ ਖਾਂ ਨੇ ਬੰਗਾਲ ਸਲਤਨਤ ਰਾਜ ਬਣਾ ਦਿੱਤਾ। 1739 ਵਿੱਚ ਸਿਆਦਤ ਖਾਂ ਨੇ ਅਵਧ ਵਿੱਚ ਸਲਤਨਤ ਰਾਜ ਦੀ ਨੀਂਹ ਰੱਖੀ। ਦੱਖਣ ਵਿੱਚ ਹੈਦਰ ਅਲੀ ਦੀ ਅਗਵਾਈ ਵਿੱਚ ਮੈਸੂਰ ਰਾਜ ਦੀ ਨੀਂਹ ਰੱਖੀ ਗਈ। ਮਰਾਠਿਆਂ ਨੇ ਵੀ ਸਥਿਤੀ ਦਾ ਲਾਭ ਉਠਾਇਆ ਤੇ ਉਹਨਾਂ ਨੇ ਪੇਸ਼ਵਾਵਾਂ ਦੀ ਅਗਵਾਈ ਵਿੱਚ ਮੁਗਲ ਪ੍ਰਦੇਸ਼ਾਂ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਪੁਰਤਗਾਲੀਆਂ, ਡੱਚਾਂ, ਫਰਾਂਸੀਸੀਆਂ, ਅੰਗਰੇਜ਼ਾਂ ਆਦਿ ਯੂਰਪ ਸ਼ਕਤੀਆਂ ਨੇ ਵੀ ਮੁਗਲ ਰਾਜ ਦੀ ਕਮਜ਼ੋਰੀ ਦਾ ਲਾਭ ਉਠਾਉਂਦੇ ਹੋਏ ਭਾਰਤ ਵਿੱਚ ਆਪਣੀ ਸੱਤਾ ਸਥਾਪਿਤ ਕਰਨ ਦੇ ਯਤਨ ਸ਼ੁਰੂ ਕੀਤੇ। ਆਧੁਨਿਕ ਭਾਰਤੀ ਇਤਿਹਾਸ ਦੇ ਮਹੱਤਵਪੂਰਨ ਸਰੋਤ ਕਿਹੜੇ-ਕਿਹੜੇ ਨੇ? ਪੁਸਤਕਾਂ। ਆਧੁਨਿਕ ਕਾਲ ਵਿੱਚ ਛਾਪੇਖਾਨੇ ਦੀ ਖੋਜ ਕਾਰਨ ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਵਿੱਚ ਅਨੇਕ ਪੁਸਤਕਾਂ ਛਪੀਆਂ। ਇਹਨਾਂ ਪੁਸਤਕਾਂ ਤੋਂ ਸਾਨੂੰ ਮਨੁੱਖ ਦੁਆਰਾ ਸਾਹਿਤ, ਕਲਾ, ਇਤਿਹਾਸ, ਵਿਗਿਆਨ, ਸੰਗੀਤ ਆਦਿ ਦੇ ਖੇਤਰਾਂ ਵਿੱਚ ਕੀਤੀ ਉੱਨਤੀ ਤੇ ਸਮਾਜਿਕ ਵਿਕਾਸ ਬਾਰੇ ਜਾਣਕਾਰੀ ਮਿਲਦੀ ਹੈ। ਫਿਰ ਹੈਗਾ ਅਖਬਾਰ, ਨਾਵਲ ਤੇ ਪੱਤਰਿਕਾਵਾਂ। ਇਹ ਜਿਹੜੀਆਂ ਸਾਰੀਆਂ ਇਸ ਯੁੱਗ ਦੇ ਵਿੱਚ ਬਹੁਤ ਸਾਰੀਆਂ ਅਖਬਾਰਾਂ, ਨਾਵਲ ਤੇ ਪੱਤਰਿਕਾਵਾਂ ਛਾਪੀਆਂ ਗਈਆਂ। ਇਹਨਾਂ ਵਿੱਚੋਂ ਦ ਟ੍ਰਿਬਿਊਨ, ਦ ਟਾਈਮਸ ਆਫ ਇੰਡੀਆ ਮੁੱਖ ਹਨ। ਸਰਕਾਰੀ ਦਸਤਾਵੇਜ਼ ਵਿੱਚ ਆਧੁਨਿਕ ਭਾਰਤ ਦੇ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ। ਇਹਨਾਂ ਦੇ ਅਧਿਐਨ ਨਾਲ ਸਾਨੂੰ ਭਾਰਤ ਵਿੱਚ ਵਿਦੇਸ਼ੀ ਸ਼ਕਤੀਆਂ ਦੀਆਂ ਗਤੀਵਿਧੀਆਂ, ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਜਿੱਤ ਅਤੇ ਭਾਰਤ ਵਿੱਚ ਅੰਗਰੇਜ਼ੀ ਪ੍ਰਸ਼ਾਸਨ ਦੀ ਜਾਣਕਾਰੀ ਮਿਲਦੀ ਹੈ। ਅੱਗੇ ਹੈਗਾ ਪਿਛੋਕੜ ਦੇ ਬਾਰੇ ਅਸੀਂ ਹੋਰ ਕੀ ਜਾਣ ਸਕਦੇ ਹਾਂ। ਇਸ ਹੈਡਿੰਗ ਦੇ ਅੰਡਰ ਅਸੀਂ ਕਰਾਂਗੇ ਕਿ ਪਿਛੋਕੜ ਦੇ ਵਿੱਚ ਲੋਕਾਂ ਦਾ ਰਹਿਣ ਸਹਿਣ, ਉਹਨਾਂ ਦੇ ਜਿਹੜੇ ਸੱਭਿਅਤਾ, ਉਹਨਾਂ ਬਾਰੇ ਜਾਣਨਾ ਅਸੀਂ ਕਹਾਂਗੇ। ਇਹਦੇ ਵਿੱਚ ਜਿਵੇਂ ਕਿ ਲੋਕ ਕੀ ਖਾਂਦੇ ਸੀ, ਕੀ ਕੱਪੜੇ ਪਹਿਨਦੇ ਸੀਗੇ, ਕਿਸ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਸਨ। ਅਸੀਂ ਸ਼ਿਕਾਰੀਆਂ, ਪਸ਼ੂ ਪਾਲਕਾਂ, ਕਿਸਾਨਾਂ, ਸ਼ਾਸਕਾਂ, ਵਪਾਰੀਆਂ, ਪੰਡਤਾਂ, ਸ਼ਿਲਪਕਾਰਾਂ, ਕਲਾਕਾਰਾਂ, ਸੰਗੀਤਕਾਰਾਂ ਜਾਂ ਫਿਰ ਵਿਗਿਆਨਕਾਂ ਦੇ ਜੀਵਨ ਬਾਰੇ ਜਾਣਕਾਰੀਆਂ ਹਾਸਲ ਕਰ ਸਕਦੇ ਹਾਂ। ਇਹ ਨਹੀਂ ਕਿ ਅਸੀਂ ਇਸ ਤੋਂ ਇਲਾਵਾ ਇਹ ਪਤਾ ਕਰ ਸਕਦੇ ਹਾਂ ਕਿ ਉਸ ਸਮੇਂ ਦੇ ਬੱਚੇ ਕਿਹੜੀਆਂ ਖੇਡਾਂ ਖੇਡਦੇ ਸਨ, ਕਿਹੜੀਆਂ ਕਹਾਣੀਆਂ ਸੁਣਿਆ ਕਰਦੇ ਸਨ, ਕਿਹੜੇ ਨਾਟਕ ਦੇਖਿਆ ਕਰਦੇ ਸਨ, ਜਾਂ ਆਪਣੇ ਖਾਲੀ ਸਮੇਂ ਵਿੱਚ ਕਿਹੜੇ-ਕਿਹੜੇ ਗੀਤ ਗਾਉਂਦੇ ਸਨ, ਲੋਕ ਕਿੱਥੇ ਰਹਿੰਦੇ ਸਨ। ਹੁਣ ਇਸ ਹੈਡਿੰਗ ਦੇ ਅੰਡਰ ਅਸੀਂ ਲੋਕਾਂ ਬਾਰੇ ਦੇਖਾਂਗੇ। ਨਰਮਦਾ ਨਦੀ। ਕਈ ਲੱਖ ਸਾਲ ਪਹਿਲਾਂ ਤੋਂ ਲੋਕ ਨਰਮਦਾ ਨਦੀ ਦੇ ਤੱਟ 'ਤੇ ਰਹਿ ਰਹੇ ਹਨ। ਇਹ ਰਹਿਣ ਵਾਲੇ ਆਰੰਭਿਕ ਲੋਕਾਂ ਵਿੱਚੋਂ ਕੁਝ ਕੁਸ਼ਲ ਫਲ ਆਦਿ ਇਕੱਠਾ ਕਰਨ ਵਾਲੇ ਸਨ, ਜੋ ਆਸ-ਪਾਸ ਦੇ ਜੰਗਲਾਂ ਵਿੱਚ ਵਿਸ਼ਾਲ ਸੰਪਦਾ ਤੋਂ ਜਾਣੂ ਸਨ। ਉਹ ਭੋਜਨ ਲਈ ਜੜ੍ਹਾਂ, ਫਲਾਂ, ਜੰਗਲ ਤੇ ਹੋਰ ਉਤਪਾਦਾਂ ਦਾ ਇੱਥੋਂ ਹੀ ਸੰਗ੍ਰਹਿ ਕਰਿਆ ਕਰਦੇ ਸਨ। ਉਹ ਜਾਨਵਰਾਂ ਦਾ ਸ਼ਿਕਾਰ ਵੀ ਕਰਦੇ ਸੀਗੇ। ਉੱਤਰ ਪੱਛਮ ਵਿੱਚ ਸੁਲੇਮਾਨ ਤੇ ਕਿਰਥਰ ਪਹਾੜੀਆਂ। ਇਸ ਨਰਮਦਾ ਨਦੀ ਤੋਂ ਇਲਾਵਾ ਉੱਤਰ ਪੱਛਮ 'ਚ ਸੁਲੇਮਾਨ ਤੇ ਕਿਰਥਰ ਪਹਾੜੀਆਂ ਨੇ ਜਿਹੜੀਆਂ, ਇਹ ਖੇਤਰ ਨੇ, ਇਹ ਅਜਿਹੇ ਨੇ ਜਿੱਥੇ ਲਗਭਗ 8000 ਸਾਲ ਪਹਿਲਾਂ ਔਰਤਾਂ ਪੁਰਸ਼ਾਂ ਨੇ ਸਭ ਤੋਂ ਪਹਿਲਾਂ ਕਣਕ, ਜੌਂ ਵਰਗੀਆਂ ਫਸਲਾਂ ਨੂੰ ਬੀਜਣਾ ਸ਼ੁਰੂ ਕੀਤਾ। ਉਹਨਾਂ ਨੇ ਭੇਡ, ਬੱਕਰੀ, ਗਾਂ, ਬਲਦ ਵਰਗੇ ਪਸ਼ੂਆਂ ਨੂੰ ਪਾਲਤੂ ਬਣਾਉਣਾ ਸ਼ੁਰੂ ਕੀਤਾ। ਇਹ ਲੋਕ ਪਿੰਡਾਂ ਵਿੱਚ ਰਹਿੰਦੇ ਸੀ। ਫਿਰ ਹੈਗਾ ਉੱਤਰ ਪੂਰਬ ਵਿੱਚ ਗਾਰੋ ਤੇ ਮੱਧ ਭਾਰਤ ਵਿੱਚ ਵਿੰਧਿਆ ਪਹਾੜੀਆਂ। ਇੱਥੇ ਜਿਹੜੇ ਲੋਕ ਨੇ ਉਹ ਖੇਤੀਬਾੜੀ ਦਾ ਵਿਕਾਸ ਕੀਤਾ ਉਹਨਾਂ ਨੇ।